ਉਸ ਦੇ ਆਧਾਰ ਤੇ ਲੋਕ ਇਕੱਠੇ ਹੋ ਕੇ ਇੱਕ ਦੂਜੇ ਤੇ ਮਾਰਕਾਟ ਸ਼ੁਰੂ ਕਰ ਦਿੰਦੇ। ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰ ਰਿਹਾ ਹੈ। ਪੋਲੀਟੀਕਲ ਅਦਾਰੇ ਨੇ ਜਿਹੜੇ ਕਿ ਮਾਨਵਾਧਿਕਾਰ ਦਾ ਹਨਨ ਸਿਰਫ ਇਸ ਲਈ ਕਰਦੇ ਹਨ ਤਾਂ ਕਿ ਉਹਨਾਂ ਨੂੰ ਆਪਣੀ ਪੋਲੀਟੀਕਲ ਗਰੋਥ ਮਿਲ ਸਕੇ। ਪਰ ਰੋਕਣ ਤੋਂ ਪਹਿਲਾਂ ਜਿੰਨੀ ਜਾਨਾਂ ਗਈਆਂ ਉਹ ਵੀ ਤਾਂ ਮਨੁੱਖ ਅਧਿਕਾਰ ਦਾ ਹਨਨ ਹੋਇਆ। ਮੀਡੀਆ ਵੱਲੋਂ ਵੀ ਇਹੀ ਸਵਾਲ ਹੋਣਾ ਚਾਹੀਦਾ ਹੈ ਕਿ ਜਨਾਬ ਜਿਹੜੀ ਚੀਜ਼ਾਂ ਤੁਸੀਂ ਕਰ ਰਹੇ ਹੋ ਦੰਗੇ ਹੋਣ ਤੋਂ ਬਾਅਦ ਜੇ ਉਹਨੂੰ ਪਹਿਲਾਂ ਲਾਗੂ ਕਰ ਦਿੱਤਾ ਜਾਵੇ ਤਾਂ ਘੱਟੋ ਘੱਟ 2-4 ਜਾਨਾਂ ਬਚ ਸਕਦੀਆਂ ਨੇ। ਜਦੋਂ ਇਦਾਂ ਦੀ ਚੀਜ਼ਾਂ ਹੁੰਦੀਆਂ ਨਾ ਤਾਂ ਸਭ ਤੋਂ ਵੱਡੀ ਜਿਹੜੀ ਉਂਗਲ ਜਾਂਦੀ ਹੈ ਉਹ ਰਾਜਨੀਤੀ ਵੱਲ ਜਾਂਦੀ ਹੈ। ਨਸਲੀ ਲੀਡਰਾਂ ਦਾ ਮੈਂ ਹੱਥ ਨਹੀਂ ਕਹੂੰਗਾ ਕਿਉਂਕਿ ਲੀਡਰਾਂ ਦੀ ਕੋਈ ਨਸਲ ਨਹੀਂ ਹੁੰਦੀ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਜਾਣੀ ਕਿ ਅਮਰੀਕਾ ਤੇ ਵਿੱਚ ਹੋ ਰਹੇ ਦੰਗੇ ਇਸ ਸਮੇਂ ਸਭ ਤੋਂ ਵੱਡਾ ਸਵਾਲ ਨੇ। ਸਵਾਲ ਇਸ ਲਈ ਨੇ ਕਿਉਂਕਿ ਮਨੁੱਖਤਾ ਤੇ ਸਵਾਲ ਲੱਗ ਗਿਆ ਹੈ, ਮਨੁੱਖੀ ਅਧਿਕਾਰ ਕਿੱਥੇ ਨੇ। ਇਸ ਸਵਾਲ ਨੂੰ ਲੈ ਕੇ ਜਸਵਿੰਦਰਪਾਲ ਚੈਨਲ ਸ਼ਾਨ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹੈ ਤੇ ਗੱਲ ਕਰਦੇ ਹਾਂ। ਇਸ ਸਮੇਂ ਸਾਡੇ ਨਾਲ CHRCC ਦੇ ਚੇਅਰਮੈਨ ਨੇ ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਦਵਿੰਦਰ ਜੀ, ਤੁਸੀਂ ਹਿਊਮਨ ਰਾਈਟਸ 'ਤੇ ਕੰਮ ਕਰ ਰਹੇ ਹੋ, ਪਰ ਇਸ ਸਮੇਂ ਹਿਊਮਨ ਰਾਈਟਸ ਦਾ ਕਾਨ ਅਮਰੀਕਾ ਕਹੋ ਜਾਂ ਭਾਰਤ ਕਹੋ ਜਾਂ ਚੀਨ ਕਹੋ, ਉੱਥੇ ਹਾਲਤ ਨੇ ਤਰਸਯੋਗ ਨੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਮਾਨਵਾਧਿਕਾਰ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਆਪਾਂ ਕਹੀਏ ਤਾਂ ਹਨਨ ਸਭ ਤੋਂ ਜ਼ਿਆਦਾ ਇਸ ਟਾਈਮ ਮਾਨਵਾਧਿਕਾਰ ਦਾ ਹੀ ਹੋ ਰਿਹਾ ਹੈ। ਕਾਰਨ ਕੀ ਬਣ ਰਿਹਾ ਹੈ ਕਿ ਕੁਝ ਤਾਂ ਪੋਲੀਟੀਕਲ ਅਦਾਰੇ ਨੇ ਜਿਹੜੇ ਕਿ ਮਾਨਵਾਧਿਕਾਰ ਦਾ ਹਨਨ ਸਿਰਫ ਇਸ ਲਈ ਕਰਦੇ ਹੈ ਤਾਂ ਕਿ ਉਹਨਾਂ ਨੂੰ ਆਪਣੀ ਪੋਲੀਟੀਕਲ ਗਰੋਥ ਮਿਲ ਸਕੇ ਅਤੇ ਉਹਦੇ ਲਈ ਉਹ ਲੋਕਾਂ ਦੇ ਵਿੱਚ ਧਾਰਨਾ ਪੈਦਾ ਕਰ ਦਿੰਦੇ ਹੈ। ਜਿਵੇਂ ਆਪਣੇ ਇੰਡੀਆ 'ਚ ਹੋਇਆ ਸੀਗਾ ਹਿੰਦੂ ਮੁਸਲਿਮ, ਹੁਣ ਲੋਕਡਾਊਨ ਤੋਂ ਪਹਿਲਾਂ ਹੀ ਹੋਇਆ ਸੀ। ਇੱਕ ਨੇਤਾ ਆ ਕੇ ਕੁਝ ਵੀ ਕਹਿ ਦਿੰਦਾ ਅਤੇ ਦੂਜੇ ਨੇਤਾ ਆਪਣੀ ਭੀੜ ਦੇ ਵਿੱਚ ਜਾ ਕੇ ਕੁਝ ਹੋਰ ਬਿਆਨ ਕਰ ਦਿੰਦੇ ਹੈ। ਇਹ ਗਲਤੀ ਦਰਅਸਲ ਲੋਕਾਂ ਦੀ ਹੈ, ਉਹਨਾਂ ਨੂੰ ਸਮਝਣਾ ਚਾਹੀਦਾ। ਉਹ ਬੰਦਾ ਦੋ ਗੱਲ ਆ ਕੇ ਕਹਿ ਜਾਂਦਾ ਹੈ, ਉਸ ਦੇ ਆਧਾਰ 'ਤੇ ਲੋਕ ਇਕੱਠੇ ਹੋ ਕੇ ਇੱਕ ਦੂਜੇ 'ਤੇ ਮਾਰਕਾਟ ਸ਼ੁਰੂ ਕਰ ਦਿੰਦੇ। ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰ ਰਿਹਾ, ਨਾ ਤਾਂ ਉਸ ਨੇਤਾ ਨੂੰ, ਨਾ ਉਸ ਮੰਤਰੀ ਨੂੰ, ਨਾ ਉਸ ਅਧਿਕਾਰੀ ਨੂੰ ਕੋਈ ਫਰਕ ਪਿਆ। ਉਹ ਤਾਂ ਕਰਫਿਊ ਲਾ ਦਿੰਦੇ ਹੈ, ਅੱਗੇ ਆਪਣੀ ਫਾਰਮੈਲਿਟੀ ਕੰਪਲੀਟ ਕਰਕੇ ਦਿਖਾ ਦਿੰਦੇ ਕਿ ਬਈ ਅਸੀਂ ਇਹ ਕੰਮ ਕਰਤਾ ਜੀ, ਰੋਕ ਦਿੱਤੇ ਸੀਗੇ। ਪਰ ਰੋਕਣ ਤੋਂ ਪਹਿਲਾਂ ਜਿੰਨੀ ਜਾਨਾਂ ਗਈਆਂ ਉਹ ਵੀ ਤਾਂ ਮਨੁੱਖ ਅਧਿਕਾਰ ਦਾ ਹਨਨ ਹੋਇਆ। ਕਦੀ ਸਵਾਲ ਕੀਤਾ ਹੈ? ਤੁਹਾਡੇ ਮੀਡੀਆ ਵੱਲੋਂ ਵੀ ਇਹੀ ਸਵਾਲ ਹੋਣਾ ਚਾਹੀਦਾ ਹੈ ਕਿ ਜਨਾਬ ਜਿਹੜੀ ਚੀਜ਼ਾਂ ਤੁਸੀਂ ਕਰ ਰਹੇ ਹੋ ਦੰਗੇ ਹੋਣ ਤੋਂ ਬਾਅਦ ਜੇ ਉਹਨੂੰ ਪਹਿਲਾਂ ਲਾਗੂ ਕਰ ਦਿੱਤਾ ਜਾਵੇ ਤਾਂ ਘੱਟੋ ਘੱਟ 2-4 ਜਾਨਾਂ ਬਚ ਸਕਦੀਆਂ ਨੇ। ਦਵਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਅਮਰੀਕਾ ਤੋਂ ਸ਼ੁਰੂ, ਜਿੱਥੇ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਪੂਰਾ ਅਮਰੀਕਾ ਜਲ ਉੱਠਿਆ। ਜਲਣਾ ਵੀ ਚਾਹੀਦਾ ਸੀ ਕਿਉਂਕਿ ਉੱਥੇ ਨਸਲੀ ਮਤਭੇਦਾਂ ਦੀ ਸਿਆਸਤ ਹਮੇਸ਼ਾ ਗਰਮ ਰਹੀ ਹੈ। ਅਤੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਵਿੱਚ ਕਿੱਥੇ ਕਸੂਰ ਹੈ? ਕਿਉਂ ਜਲ ਰਿਹਾ ਅਮਰੀਕਾ? ਤੁਹਾਨੂੰ ਕੀ ਲੱਗਦਾ? ਦੇਖੋ ਜੀ, 1968 ਤੋਂ ਬਾਅਦ ਜੇ ਆਪਾਂ ਕਹੀਏ ਤਾਂ ਸਭ ਤੋਂ ਵੱਡਾ ਦੰਗਾ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਉਹ ਹੁਣੀ ਹੋਇਆ ਹੈ। 40 ਸ਼ਹਿਰ ਜਿਹੜੇ ਨੇ ਆਲਮੋਸਟ ਬੰਦ ਨੇ, ਉੱਥੇ ਕਰਫਿਊ ਲੱਗਿਆ ਹੋਇਆ ਹੈ। ਕਾਰਨ ਉਹੀ ਆ, ਅਤੇ ਸਰਕਾਰ ਨੇ ਵੀ ਉੱਥੇ ਇਹੀ ਕਿਹਾ ਹੈ ਅਤੇ ਪੁਲਿਸ ਨੇ ਵੀ ਇਹੀ ਕਿਹਾ ਹੈ ਕਿ ਇਹ ਕੇਵਲ ਪਬਲਿਕ ਨਹੀਂ ਹੈਗੀ ਹੈ, ਜਿਹੜਾ ਆਪਾਂ ਕਹੀਏ ਕਿ ਸਿਰਫ ਪਬਲਿਕ ਕਰ ਰਹੀ ਹੈ, ਇਹਦੇ ਵਿੱਚ ਕੁਝ ਨਿਊਸੈਂਸ ਮਿਲੇ ਹੋਏ ਨੇ ਅਤੇ ਇਹ ਰੈਕਟੀਫਾਈ। ਪਰੰਤੂ ਗੱਲ ਇੱਥੇ ਇਹ ਹੈ ਕਿ ਸਰਕਾਰ ਆਪਣਾ ਪੱਖ ਰੱਖ ਰਹੀ ਹੈ, ਪਰੰਤੂ ਜਿਹੜਾ ਗੋਰਾ ਪੁਲਿਸ ਅਧਿਕਾਰੀ ਹੈ ਇੱਕ ਕਾਲੇ ਨੂੰ ਇਸ ਲਈ ਮਾਰ ਰਿਹਾ ਹੈ, ਇੱਕ ਜੁਰਮ ਕਰਕੇ ਨਹੀਂ ਮਾਰ ਰਿਹਾ। ਉਹਦੇ ਮਨ 'ਚ ਵੀ ਇੱਕ ਇਹੋ ਜਿਹਾ ਦਬਾਅ ਦਿਖ ਰਿਹਾ ਸੀ, ਉਹਦੇ ਹਾਵ ਭਾਵ ਝਲਕ ਰਹੇ ਸੀ ਜਿਵੇਂ ਉਸ ਨੂੰ ਨਫ਼ਰਤ ਹੋਵੇ ਉਸ ਨੌਜਵਾਨ ਨਾਲ। ਜਸਵਿੰਦਰ ਜੀ, ਇਹ ਚੀਜ਼ ਇੱਕ ਦਿਨ ਦੇ ਵਿੱਚ ਨਹੀਂ ਹੁੰਦੀ। ਆਪਾਂ ਜੇ ਦੇਖੀਏ ਅਮਰੀਕਾ ਦੇ ਵਿੱਚ ਨਕਸਲ ਭੇਦ ਹੈਗਾ, ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਜੇ ਤੁਸੀਂ 2009-08 ਦੇ ਵਿੱਚ ਜਾ ਕੇ ਦੇਖਦੇ ਹੋ ਤਾਂ ਹਿੰਦੂ ਮੁਸਲਿਮ ਕਿਤੇ ਕੁਝ ਨਹੀਂ ਹੈ। ਉਸ ਤੋਂ ਬਾਅਦ ਇਹ ਪ੍ਰੋਪਰ ਚੈਨਲ ਨਹੀਂ ਚਲਾਏ ਜਾਂਦੇ ਹੈ। ਪਹਿਲਾਂ ਵੀਡੀਓਜ਼ ਆਉਂਦੀਆਂ ਨੇ, ਫਿਰ ਲੋਕਾਂ ਦੀਆਂ ਕਹਾਣੀਆਂ ਆਉਂਦੀਆਂ, ਫਿਰ ਉਹਦੇ ਵਿੱਚ ਕੀ
ਆਪਣੇ ਵੇਦ ਪੁਰਾਣ ਸੀਗੇ ਉਹਨਾਂ ਨੂੰ ਵਿੱਚ ਪਾਇਆ ਜਾਂਦਾ ਹੈ। ਮਤਲਬ ਮੈਂਟਲੀ ਬੰਦੇ ਨੂੰ ਇਹ ਟ੍ਰੇਨਡ ਕੀਤਾ ਜਾਂਦਾ ਹੈ ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਬਈ ਮੈਂ ਟ੍ਰੇਨਡ ਹੋ ਰਿਹਾ, ਮੈਂ ਇਸ ਲਈ ਟਾਰਗੇਟ ਹੋ ਰਿਹਾ ਕਿ ਮੈਂ ਦੂਜੇ ਬੰਦੇ ਨਾਲ ਨਫ਼ਰਤ ਕਰਾਂ। ਬਲਕਿ ਮਨੁੱਖਤੀ ਅਧਿਕਾਰ ਜਿਹੜਾ ਹੈ ਉਹ ਕਹਿੰਦਾ ਬਈ ਆਪਾਂ ਨੂੰ ਸਾਰਿਆਂ ਦੀ ਜਾਨ ਬਰਾਬਰ ਸਮਝਣੀ ਚਾਹੀਦੀ ਹੈ। ਪਰ ਇੱਥੇ ਕੀ ਹੁੰਦਾ, ਇੱਥੇ ਉਲਟਾ ਚੱਲ ਰਿਹਾ। ਤੇ ਜਿਹੜੀ ਇਹ ਸਾਜ਼ਿਸ਼ ਹੈ, ਸਾਜ਼ਿਸ਼ ਤੇ ਤੁਹਾਡੀ ਉਂਗਲ ਵੀ ਕਿਸੇ ਵੱਲ ਉੱਠਦੀ ਹੈ, ਉਹ ਸਾਫ਼ ਕਰੋਗੇ ਉਸਨੂੰ, ਉਹ ਉਂਗਲ ਕਿੱਧਰ ਵੱਲ ਉੱਠਦੀ ਹੈ? ਦੇਖੋ ਜੀ, ਜਦੋਂ ਇੱਦਾਂ ਦੀ ਚੀਜ਼ਾਂ ਹੁੰਦੀਆਂ ਨਾ ਤਾਂ ਸਭ ਤੋਂ ਵੱਡੀ ਜਿਹੜੀ ਉਂਗਲ ਜਾਂਦੀ ਹੈ ਉਹ ਰਾਜਨੀਤੀ ਵੱਲ ਜਾਂਦੀ ਹੈ, ਉਹ ਜਾਂਦੀ ਹੈ ਅਫਸਰਸ਼ਾਹੀ ਵੱਲ। ਮੈਂ ਦੋਨੋਂ ਵੱਲ ਤਾਂ ਹੀ ਕਰਕੇ ਕਰਦਾ ਕਿਉਂਕਿ ਰਾਜਨੀਤੀ ਨੂੰ ਰਾਜ ਕਰਨ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਬਲਿਕ ਬਿਜ਼ੀ ਰਹੇ ਅਤੇ ਉਹਦਾ ਧਿਆਨ ਨਾ ਜਾਵੇ। ਪਰ ਵਿੱਚ ਜਿਹੜੀ ਧਰਮ ਦੀ ਭੂਮਿਕਾ, ਜਿਵੇਂ ਵੱਖ-ਵੱਖ ਧਰਮਾਂ ਦੀ ਭੂਮਿਕਾ ਵੀ ਇੱਕ ਸ਼ੱਕੀ ਆਧਾਰ 'ਤੇ ਆਉਂਦੀ ਹੈ, ਅਤੇ ਤੁਸੀਂ ਉਸ ਨੂੰ ਕਿਵੇਂ ਮੰਨਦੇ ਹੋ ਕਿ ਇਹ ਪੂਰੀ ਰੰਗਤ ਕਿਵੇਂ ਦਿੱਤੀ ਜਾਂਦੀ ਹੈ? ਜਿਵੇਂ ਕਿ ਤੁਸੀਂ ਹੁਣੀ ਗੱਲ ਕੀਤੀ ਸੀ ਕਿ ਅਮਰੀਕਾ ਦੀ ਸਰਕਾਰ ਵੀ ਚਾਹੇ ਫਰੰਟ 'ਤੇ ਜਾਣ ਦੀ ਬਜਾਏ ਬੈਕਫੁੱਟ 'ਤੇ ਆ ਗਈ ਆ, ਪਰੰਤੂ ਕਿਤੇ ਨਾ ਕਿਤੇ ਜ਼ੁਲਮ ਦੀ ਜਿਹੜੀ ਹੈ ਉਹਦੇ ਵਿੱਚ ਧਰਮ ਜਾਂ ਨਸਲੀ ਲੀਡਰਾਂ ਦਾ ਵੀ ਕੋਈ ਨਸਲੀ ਲੀਡਰਾਂ ਦਾ ਮੈਂ ਹੱਥ ਨਹੀਂ ਕਹੂੰਗਾ ਕਿਉਂਕਿ ਲੀਡਰਾਂ ਦੀ ਕੋਈ ਨਸਲ ਨਹੀਂ ਹੁੰਦੀ। ਲੀਡਰਾਂ ਨੂੰ ਸਿਰਫ ਆਪਣੀ ਲੀਡਰ ਹੀ ਚਾਹੀਦੀ ਹੈ। ਉਹਦੇ ਲਈ ਉਹ ਕਿਸੇ ਵੀ ਧਰਮ ਦੇ ਵਿੱਚ ਵੜ ਜਾਂਦੇ ਹੈ, ਕੁਝ ਵੀ ਕਰ ਸਕਦੇ ਹੈ। ਉਹਨਾਂ ਦਾ ਨਾ ਦੀਨ ਹੁੰਦਾ ਨਾ ਈਮਾਨ ਹੁੰਦਾ। ਪਰ ਕੀ ਜਿਹੜਾ ਪੀੜਤ ਇਨਸਾਨ ਹੈ ਉਹਨੂੰ ਇਨਸਾਫ ਨਹੀਂ ਮਿਲੂਗਾ ਤੁਹਾਡੇ ਸਾਹਮਣੇ? ਨਹੀਂ, ਮੈਂ ਤਾਂ ਜਿੱਥੇ ਤੱਕ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਪੀੜਿਤ ਹੈ ਉਹਨੂੰ ਇਨਸਾਫ 100% ਮਿਲਣਾ ਚਾਹੀਦਾ ਹੈ। ਪਿੱਛੇ ਅਸੀਂ ਇੱਕ ਕੇਸ ਕਰਕੇ ਆਏ ਸੀ। ਅਮਰੀਕਾ ਵੀ ਤਾਂ ਹੀ ਭੜਕਿਆ ਨਾ ਜੀ ਕਿ ਜੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ, ਇੱਕ ਬਹੁਤ ਵੱਡਾ ਵੰਡਰ ਮਿਸਟੇਕ ਕੀਤੀ ਪੁਲਿਸ ਨੇ। ਦੇਖੋ ਜੀ, ਪੁਲਿਸ ਨੇ ਜਿਹੜਾ ਕੰਮ ਕੀਤਾ ਹੈ ਉਹ ਉਸ ਦੇ ਮੁਤਾਬਿਕ ਮੈਨੂੰ ਲੱਗਦਾ ਹੈ ਕਿ ਪੁਲਿਸ ਨੂੰ ਪਹਿਲਾਂ ਇੱਕ ਚੀਜ਼ ਸੋਚਣੀ ਚਾਹੀਦੀ ਹੈ ਜਿੱਥੇ ਕਿ ਵਾਇਲੇਸ਼ਨ ਸਿੱਧਾ ਨਹੀਂ ਹੋਣਾ ਚਾਹੀਦਾ। ਜੇ ਬੰਦੇ ਨੂੰ ਤੁਸੀਂ ਅਰੈਸਟ ਕਰ ਰਹੇ ਹੋ, ਅਰੈਸਟ ਕਰਨ ਦਾ ਤਰੀਕਾ ਹੁੰਦਾ ਅਤੇ ਅਮਰੀਕਾ ਦੇ ਵਿੱਚ ਬੜਾ ਵਧੀਆ ਤਰੀਕਾ ਹੈ, ਉਹ ਗੱਡੀ ਦੇ ਉੱਤੇ ਪਾ ਦਿੰਦੇ ਜਾਂ ਫਿਰ ਕਰਕੇ ਪਿੱਛੇ ਹੱਥ ਲਾ ਕੇ ਉਹਦੇ ਹੈਂਡਕਫਸ ਲਾ ਦਿੰਦੇ। ਪਰ ਜਦੋਂ ਬੰਦੇ ਨੇ ਇਹ ਕੰਮ ਕੀਤਾ ਹੈ ਉਹਦਾ ਸਿੱਧਾ ਸਾ ਹੈ ਕਿ ਉਹਦਾ ਜਿਹੜਾ ਮੈਂਟਲੀ ਸਟੇਟਸ ਹੈ ਉਹ ਪਹਿਲਾਂ ਹੀ ਰਿਫਰੈਸ਼ ਹੋਇਆ ਸੀਗਾ ਕਿ ਬਈ ਇਹ ਬੰਦਾ ਜਿਹੜਾ ਅਸ਼ਵਿਤ ਹੈ ਅਤੇ ਇਹਨੂੰ ਮੇਰੀ ਕੰਟਰੀ ਦੇ ਵਿੱਚ ਰਹਿਣ ਦਾ ਜਾਂ ਮੈਥੋਂ ਥੱਲੇ ਇਹ ਉਹਦੇ ਦਿਮਾਗ ਦੇ ਵਿੱਚ ਇਹ ਚੱਲਦਾ ਹੋਣਾ। ਅਤੇ ਪੁਲਿਸ ਤੋਂ ਬਾਅਦ ਟਰੰਪ ਦਾ ਇੱਕ ਇਹੋ ਜਿਹਾ ਬਿਆਨ ਆ ਜਾਣਾ, ਜੇ ਤੁਸੀਂ ਨਹੀਂ ਸੁਧਰੇ ਤਾਂ ਮੈਂ ਆਰਮੀ ਲਾ ਦੂੰਗਾ। ਇਹ ਸੋਚ ਕਿੱਧਰ ਜਾ ਰਹੀ ਹੈ? ਨਹੀਂ, ਇਹ ਸਿਰਫ ਅਮਰੀਕਾ ਦੇ ਵਿੱਚ ਨਹੀਂ ਹੋ ਰਿਹਾ, ਇਹ ਆਪਣੇ ਭਾਰਤ ਦੇ ਵਿੱਚ ਵੀ ਹੈ, ਚੀਨ ਦੇ ਵਿੱਚ ਵੀ ਹੈ ਅਤੇ ਹਰ ਕੰਟਰੀ ਦੇ ਵਿੱਚ ਹੈ। ਅਸਲ 'ਚ ਕੀ ਹੈ ਕਿ ਜਨਤਾ ਅਤੇ ਆਵਾਮ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜੀ ਸੱਤਾਧਾਰੀ ਪਾਰਟੀਆਂ ਨੇ ਉਹ ਆਪਣੀ ਫੋਰਸ ਦਿਖਾਉਂਦੀਆਂ ਨੇ ਕਿ ਬਈ ਅੱਜ ਮੈਂ ਰਾਜਾ ਹਾਂ ਅਤੇ ਮੈਨੂੰ ਫਰਕ ਨਹੀਂ ਪੈਂਦਾ ਤੁਸੀਂ ਕੌਣ ਹੋ, ਜੇ ਤੁਸੀਂ ਆਵਾਜ਼ ਚੁੱਕੀ ਮੈਂ ਤੁਹਾਡੀ ਆਵਾਜ਼ ਦੱਬ ਦੂੰਗਾ। ਪਰ ਇੱਕ ਚੀਜ਼ ਮੈਂ ਮੰਨਾਂਗਾ ਕਿ ਅਮਰੀਕਾ ਦੇ ਵਿੱਚ ਜਿਹੜੀ ਪ੍ਰੈਸ ਦੀ ਫਰੀਡਮ ਹੈ ਅਤੇ ਇੰਡੀਆ ਦੇ ਵਿੱਚ ਜਿਹੜੀ ਪ੍ਰੈਸ ਦੀ ਫਰੀਡਮ ਹੈ ਅਤੇ ਚਾਈਨਾ ਦੇ ਵਿੱਚ ਜਿਹੜੀ ਪ੍ਰੈਸ ਦੀ ਫਰੀਡਮ ਹੈ, ਉਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਕਿਵੇਂ? ਉੱਥੇ ਤੁਸੀਂ ਪ੍ਰੈਜ਼ੀਡੈਂਟ ਨੂੰ ਸਵਾਲ ਕਰ ਸਕਦੇ ਹੋ, ਡਾਇਰੈਕਟ ਕਰ ਸਕਦੇ ਹੋ ਅਤੇ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਅਤੇ ਆਪਣੇ ਇੰਡੀਆ 'ਚ ਅਤੇ ਚਾਈਨਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਗੱਲ ਕਰੀਏ, ਉੱਥੇ ਸੋਚਣਾ ਪੈਂਦਾ ਹੈ। ਆਖਰ ਕਿਵੇਂ, ਕਿਉਂ ਇਹ ਜਿਹਾ ਸੋਚਣਾ ਪੈਂਦਾ? ਤੁਹਾਡਾ ਡਿਪਾਰਟਮੈਂਟ ਅਤੇ ਤੁਹਾਨੂੰ ਵੀ ਦੱਸਣਾ ਪੈਣਾ ਕਿਉਂਕਿ ਤੁਸੀਂ ਸਟੀਕ ਸਵਾਲ ਜਿਹੜਾ ਸਰਕਾਰ ਤੋਂ ਕਿਉਂ ਨਹੀਂ ਕਰਦੇ। ਇੱਕ ਮਿੰਟ, ਤੁਸੀਂ ਵੀ ਹਿਊਮਨ ਰਾਈਟਸ ਦੀ ਲੜਾਈ ਲੜਦੇ ਹੋ, ਤੁਹਾਨੂੰ ਕੀ ਨਜ਼ਰ ਆਉਂਦਾ? ਮੈਨੂੰ ਲੱਗਦਾ ਪੱਤਰਕਾਰਿਤਾ ਜਿਹੜਾ ਆਪਣਾ ਮੇਨ ਸਤੰਭ ਹੈ ਅਤੇ ਉਹ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਬੈਕ ਸਟੈਪ 'ਤੇ। ਆਖਰ ਕਿਉਂ ਇਹਦੇ ਪਿੱਛੇ ਕੀ ਸਿਸਟਮ ਲੱਗਦਾ? ਇਹ ਵੀ ਗੱਲ ਕੀਤੀ ਜਾ ਸਕੇ, ਪੱਤਰਕਾਰ ਦੇ ਮਨੁੱਖੀ ਅਧਿਕਾਰਾਂ ਦੀ ਕਹਾਣ ਵੀ ਹੈ ਇਹਦੇ ਪਿੱਛੇ ਨਾ? ਨਹੀਂ, ਪੱਤਰਕਾਰ ਦੇ ਮਨੁੱਖੀ ਅਧਿਕਾਰਾਂ ਦੀ ਕਹਾਣ ਨਹੀਂ ਹੈ ਸਰ। ਇੱਥੇ ਕੀ ਹੈ ਕਿ ਪੱਤਰਕਾਰ ਜਿਹੜਾ ਹੈ ਉਹ ਇੱਕ ਮੈਂਟਲ ਸਟੇਜ ਦੇ ਨਾਲ ਤਿਆਰ ਰਹਿੰਦਾ ਹੈ ਕਿ ਬਈ ਮੈਨੂੰ ਸਿਰਫ ਇਸ ਪੱਖ ਦੀ ਗੱਲ ਕਰਨੀ ਕਿਉਂਕਿ ਅੱਜ ਸਰਕਾਰ ਇਹਨਾਂ ਦੀ ਹੈ, ਜਦੋਂ ਕਿ ਉਹਦਾ ਰਾਈਟ ਹੁੰਦਾ ਹੈ ਜਿਹੜਾ ਵਿਕਟਮ ਹੈ, ਵਿਕਟਮ ਦੀ ਆਵਾਜ਼ ਚੱਕ ਕੇ ਸਰਕਾਰ ਤੱਕ ਪਹੁੰਚਾਓ, ਜਨਤਾ ਦੀ ਆਵਾਜ਼ ਚੱਕ ਕੇ ਸਰਕਾਰ ਤੱਕ ਪਹੁੰਚਾਓ। ਅੱਜ ਦੇਸ਼ ਦੇ ਵਿੱਚ ਥਾਂ ਥਾਂ 'ਤੇ ਅਲੱਗ-ਅਲੱਗ ਇੰਨੇ ਅੰਦੋਲਨ ਹੁੰਦੇ ਹੈ, ਇੰਨੇ ਲੋਕ ਆਵਾਜ਼ ਚੁੱਕਦੇ ਹੈ, ਪਰ ਕਿਤੇ ਤੁਸੀਂ ਦੇਖ ਸਕਦੇ ਹੋ ਕਿਸੇ ਚੈਨਲ 'ਤੇ ਆਉਂਦੀ ਹੋਏ? ਕਿਉਂ ਨਹੀਂ ਆਉਂਦੀ ਉਹ? ਕਿਉਂਕਿ ਮੀਡੀਆ ਕਹਿੰਦੀ ਹੈ ਕਿ ਭਾਈ ਸਾਨੂੰ ਉਹ ਚੀਜ਼ ਦਿਖਾਣੀ ਜਿੱਥੋਂ ਸਾਡੀ TRP ਵਧੇ। ਕੋਈ ਗੱਲ ਹੁੰਦੀ ਹੈ ਪਾਕਿਸਤਾਨ ਨੇ ਕੀਤਾ, ਕੋਈ ਗੱਲ ਹੁੰਦੀ ਹੈ ਚਾਈਨਾ ਨੇ ਕਰਤਾ। ਠੀਕ ਹੈ, ਮੈਂ ਮੰਨਦਾ ਹਾਂ ਚਾਈਨਾ ਪਾਕਿਸਤਾਨ ਦੇ ਨਾਲ ਸਾਡੇ ਕੁਝ ਮਤਭੇਦ ਨੇ, ਪਰ ਹਰ ਚੀਜ਼ ਨੂੰ ਤੁਸੀਂ ਉਹਦੇ ਨਾਲ ਜੋੜੋਗੇ। ਸਾਡੇ ਗਰੀਬ ਲੋਕ ਮਰਦੇ ਨੇ,
ਹੁਣ ਲੋਕਡਾਊਨ ਦੇ ਵਿੱਚ ਕਿੰਨੇ ਲੋਕੀ ਮਰੇ, ਕਿ ਤੁਸੀਂ ਸਿਰਫ ਇਹੀ ਕਹੋਗੇ ਕਿ ਕਰੋਨਾ ਦੇ ਨਾਲ ਮੌਤਾਂ ਹੋਈਆਂ ਨੇ? ਉਹ ਵੀ ਮੌਤਾਂ ਕਰੋਨਾ ਕਰਕੇ ਹੋਈਆਂ, ਜਿਹੜੀ ਪੈਦਲ ਚਲਦੇ ਚਲਦੇ ਲੋਕਾਂ ਦੀ ਹੋਈ ਹੈ, ਉਹਨੂੰ ਤੁਸੀਂ ਲੱਗ ਕਿਵੇਂ ਕਰਦੇ ਹੋ? ਅਤੇ ਉਹਨਾਂ ਦੇ ਮਨੁੱਖੀ ਅਧਿਕਾਰ ਦਾ ਹਨਨ ਨਹੀਂ ਸੀਗਾ? ਜਦੋਂ 1200 ਕਿਲੋਮੀਟਰ ਇੱਕ ਬੱਚੀ ਸਾਈਕਲ 'ਤੇ ਲੈ ਕੇ ਜਾਂਦੀ ਹੈ, ਇੱਕ ਵਿਚਾਰਾ ਬੱਚਾ ਖੇਡ ਰਿਹਾ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਸਟੇਸ਼ਨ 'ਤੇ ਉਹਦੀ ਮਾਂ ਮਰ ਚੁੱਕੀ ਹੈ, ਅਤੇ ਉਹ ਕਿਹਦਾ ਹਨਨ ਹੋਇਆ? ਕੀ ਤੁਸੀਂ ਕਹਿੰਦੇ ਕਿ ਭਾਰਤ ਵਿੱਚ ਵੀ ਇੱਕ ਵੱਡਾ ਯੁੱਧ ਹੋਣਾ ਚਾਹੀਦਾ ਹਿਊਮਨ ਰਾਈਟਸ ਬਚਾਉਣ ਲਈ? ਯੁੱਧ ਤਾਂ ਮੈਂ ਨਹੀਂ ਕਹੂੰਗਾ, ਬਟ ਇੱਕ ਅਵੇਅਰਨੈਸ ਜ਼ਰੂਰੀ ਚਾਹੀਦੀ ਹੈ। ਹਰ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਮੇਰੀ ਅਵੇਅਰਨੈਸ ਕੀ ਹੈ, ਮੇਰਾ ਅਧਿਕਾਰ ਕੀ ਹੈ, ਅਤੇ ਮੈਂ ਕਿਵੇਂ ਅੱਗੇ ਜਾ ਕੇ ਕੰਮ ਕਰ ਸਕਦਾ ਵਾਂ। ਅਤੇ ਜਦੋਂ ਮੇਰੇ 'ਤੇ ਕੋਈ ਹਮਲਾ ਕਰ ਰਿਹਾ, ਭਾਵੇਂ ਉਹ ਫਿਜ਼ੀਕਲੀ ਹੋਵੇ, ਭਾਵੇਂ ਉਹ ਮੈਂਟਲੀ ਹੋਵੇ, ਭਾਵੇਂ ਕੋਈ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉਸ ਟਾਈਮ ਮੇਰੇ ਕੀ ਰਾਈਟ ਨੇ, ਮੈਂ ਕਿਵੇਂ ਉਸ ਤੋਂ ਬਾਹਰ ਆ ਸਕਦਾ ਅਤੇ ਆਪਣੀ ਆਵਾਜ਼ ਚੱਕ ਸਕਦਾ? ਦੇਖੋ, ਇਹ ਗੱਲ ਹੋਈ ਇੰਡੀਵਿਜੂਅਲ ਅਧਿਕਾਰਾਂ ਦੀ। ਜਦੋਂ ਸਮੂਹਿਕ ਅਤਿਆਚਾਰ ਹੁੰਦਾ ਹੈ ਅਤੇ ਉਹਦੇ ਵਿੱਚ ਲੋਕਾਂ ਦੀ ਜਿਹੜੀ ਮੂਵਮੈਂਟ ਬਣਨੀ ਚਾਹੀਦੀ ਹੈ, ਉਹ ਬਣਦੀ ਕਿਉਂ ਨਹੀਂ ਹਿੰਦੁਸਤਾਨ 'ਚ ਖਾਸ ਕਰਕੇ? ਜਿਵੇਂ ਕਿ ਅਮਰੀਕਾ 'ਚ ਬਣ ਕੇ ਸਾਹਮਣੇ ਆਈ ਹੈ, ਇੱਕ ਵਿਰੋਧ ਸਾਹਮਣੇ ਆਇਆ। ਹਿੰਦੁਸਤਾਨ ਦੇ ਵਿੱਚ ਪ੍ਰੋਬਲਮ ਇਹੀ ਹੈ ਕਿ ਇੱਥੇ ਲੋਕੀ ਇੱਕ ਚੀਜ਼ ਮੰਨਦੇ ਆ ਕਿ ਬਈ ਮੈਂ ਪਰੇਸ਼ਾਨ ਹੋ ਚੁੱਕਿਆ ਵਾਂ ਅਤੇ ਮੈਂ ਅੱਗੇ ਲੜ ਨਹੀਂ ਸਕਦਾ, ਪਰ ਮੈਨੂੰ ਇੰਨਾ ਧਿਆਨ ਰੱਖਣਾ, ਮੇਰੀ ਬੀਵੀ ਬੱਚੇ ਨੇ, ਉਹਨਾਂ ਨੂੰ ਕੌਣ ਪਾਲੂਗਾ, ਉਹਨਾਂ ਦੇ ਬਾਰੇ ਕੌਣ ਸੋਚੂਗਾ? ਅੱਛਾ ਇਹ ਬੰਦੇ ਕੰਮ ਕਰਦੇ ਨੇ ਅਤੇ ਇਹਨਾਂ ਨੂੰ ਕਰਨ ਦਿਓ, ਜਦ ਕਰ ਦੂੰਗੇ ਫਿਰ ਅਸੀਂ ਇਹਨਾਂ ਦੇ ਨਾਲ ਖੜ੍ਹੇ ਹੋ ਜਾਵਾਂਗੇ। ਜਦ ਤੱਕ ਆਪਣੀ ਇਹ ਮੈਂਟੈਲਿਟੀ ਚੇਂਜ ਨਹੀਂ ਹੋਣੀ, ਜਦ ਤੱਕ ਤੁਸੀਂ ਜ਼ੋਰ ਲਾ ਲਿਓ, ਕੋਈ ਰੈਵੋਲੂਸ਼ਨ ਨਹੀਂ ਆਉਣਾ। ਕਿਉਂਕਿ ਲੋਕਾਂ ਨੂੰ ਇਹ ਚੀਜ਼ ਹੈ ਕਿ ਮੇਰੇ ਢਿੱਡ 'ਚ ਪੀੜ ਹੈ ਅਤੇ ਦਵਾਈ ਜਸਵਿੰਦਰ ਜੀ ਲਊਂਗੇ, ਜਦ ਉਹਨਾਂ ਨੇ ਦਵਾਈ ਲੈ ਲਈ ਮੈਂ ਠੀਕ ਹੋ ਜਾਊਂਗਾ। ਇਹ ਪੋਸੀਬਲ ਹੈ? ਕਿ ਆਖਰ ਕੀ ਇਹ ਇੱਦਾਂ ਹੀ ਹਿੰਦੁਸਤਾਨ ਚੱਲਦਾ ਰਹੇਗਾ? ਜਦ ਤੱਕ ਅਵੇਅਰਨੈਸ ਨਹੀਂ ਹੋਣੀ, ਜਦ ਤੱਕ ਇੱਦਾਂ ਹੀ ਚੱਲਦਾ ਜਾਊਗਾ, ਔਰ ਇਹਨੂੰ ਕੋਈ ਰੋਕ ਵੀ ਨਹੀਂ ਸਕਦਾ। ਕਿਉਂਕਿ ਜਦੋਂ ਕੋਈ ਬੰਦਾ ਕੋਸ਼ਿਸ਼ ਵੀ ਕਰਦਾ, ਅਸਲੀ ਜਿਹੜੇ ਮਾਨਵਾਧਿਕਾਰ ਹਰਨਣ ਦੀ ਸ਼ੁਰੂਆਤ ਹੁੰਦੀ ਹੈ ਉਹ ਘਰ ਤੋਂ ਹੋ ਜਾਂਦੀ ਹੈ। ਤੁਸੀਂ ਅੱਜ ਕੋਈ ਮੈਂ ਤੁਹਾਨੂੰ ਦੱਸਾਂ, ਇੱਕ ਪਰਿਵਾਰ ਦੇ ਵਿੱਚ ਜੇ ਇੱਕ ਮੈਂਬਰ ਹਿਊਮਨ ਰਾਈਟਸ ਦੀ ਗੱਲ ਕਰਦਾ, ਲੋਕਾਂ ਦੀ ਗੱਲ ਕਰਦਾ ਹੈ, ਤਾਂ ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਆ ਤੂੰ ਲੀਡਰ ਨਾ ਬਣ। ਹਾਲਾਂਕਿ ਲੀਡਰੀ ਅਤੇ ਹਿਊਮਨ ਰਾਈਟਸ ਸਰਵਿਸਿਜ਼ ਇਹ ਦੋਨੋਂ ਅਲੱਗ-ਅਲੱਗ ਨੇ, ਪਰ ਨਹੀਂ ਸਮਝਿਆ ਜਾਂਦਾ। ਅਤੇ ਦੂਜੀ ਗੱਲ, ਜਦੋਂ ਅੱਗੇ ਜਨਤਾ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਪਰੇਸ਼ਾਨੀਆਂ ਆਉਂਦੀਆਂ। ਕਾਰਨ ਕੀ ਹੁੰਦਾ ਹੈ? ਪੋਲੀਟੀਕਲ ਅਦਾਰੇ ਦੇ ਜਿਹੜੇ ਲੋਕੀ ਨੇ, ਉਹਨਾਂ ਨੂੰ ਇਹ ਡਰ ਹੋ ਜਾਂਦਾ ਹੈ ਕਿ ਭਈ ਇਹ ਬੰਦਾ ਜਿਹੜਾ ਹੈ ਇਹ ਲੋਕਾਂ ਲਈ ਕੰਮ ਕਰ ਰਿਹਾ ਹੈ ਅਤੇ ਇਹਦੀ ਆਵਾਜ਼ ਦਬਾਓ। ਕहीं ਇੱਦਾਂ ਨਾ ਹੋਏ ਕਿ ਇਹ ਕੱਲ੍ਹ ਪੋਲੀਟਿਕਸ ਦੇ ਵਿੱਚ ਆ ਜੇ। ਹਾਲਾਂਕਿ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ, ਅੱਜ ਤੱਕ ਜਿੰਨੇ ਵੀ ਮੇਰੇ ਵੀਰ ਮਿੱਤਰ ਮੇਰੇ ਸਰਕਲ ਦੇ ਵਿੱਚ ਆਏ ਨੇ, ਅੱਜ ਤੱਕ ਮੈਂ ਇੱਕ ਨਹੀਂ ਦੇਖਿਆ। ਕਈ ਤਾਂ ਇੱਦਾਂ ਦੇ ਜਿਹੜੇ ਕਿ 15-20 ਸਾਲ ਹੋ ਚੁੱਕੇ ਨੇ, ਉਹਨਾਂ ਨੇ ਨਾ ਤਾਂ ਅੱਜ ਤੱਕ ਇਲੈਕਸ਼ਨ ਦੀ ਗੱਲ ਕੀਤੀ ਅਤੇ ਨਾ ਉਹਨਾਂ ਦਾ ਕੋਈ ਇੰਟਰਸਟ ਹੈ। ਉਹ ਕਹਿੰਦੇ ਅਸੀਂ ਲੋਕ ਸੇਵਾ ਕਰਨੀ ਹੈ, ਪਰ ਉਹ ਵੀ ਪੂਰੀ ਕਰਨ ਨਹੀਂ ਦਿੰਦੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ। ਜਿਹੜੇ ਪੋਲੀਟੀਕਲ ਅਦਾਰੇ ਦੇ ਲੋਕ ਆ, ਉਹਨਾਂ ਨੂੰ ਡਰ ਹੁੰਦਾ ਹੈ ਕਿਤੇ ਇਲੈਕਸ਼ਨ ਨਾ ਲੜ ਲੈ। ਉਹਨਾਂ ਦੀ ਸੋਚ ਸਿਰਫ ਇਲੈਕਸ਼ਨ ਤੱਕ ਹੈ, ਸਿਰਫ ਉਸ ਕੁਰਸੀ ਤੱਕ ਹੈ। ਅਤੇ ਸਵਾਲ ਇੱਦਾਂ ਆਉਂਦਾ ਕਿ ਦੇਖੋ, ਇੰਡੀਵਿਜੂਅਲ ਸਿਆਸਤ 'ਚ ਆਉਣਾ ਜਾਂ ਆਪਣੇ ਰਾਈਟਸ ਲਈ ਲੜਨਾ ਤਾਂ ਇੱਕ ਵੱਡੀ ਗੱਲ ਹੁੰਦੀ ਹੈ ਕਿ ਹਰ ਇੱਕ ਨੂੰ ਲੜਨਾ ਵੀ ਚਾਹੀਦਾ ਹੈ। ਪਰੰਤੂ ਜਦੋਂ ਕੋਈ ਮੂਵਮੈਂਟਾਂ ਖੜੀਆਂ ਹੁੰਦੀਆਂ ਨੇ ਹਿੰਦੁਸਤਾਨ 'ਚ, ਦਬਾ ਦਿੱਤੀਆਂ ਜਾਂਦੀਆਂ ਨੇ, ਅਤੇ ਇਹ ਜਿਹੇ ਸਿਸਟਮ 'ਚ ਉਹ ਜਿਹੜੀਆਂ ਲੋਕ ਪੱਖੀ ਲਹਿਰਾਂ ਨੇ, ਉਹਨਾਂ ਨੂੰ ਦਬਾਉਣ ਦੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਨੇ, ਉਹ ਸਾਜ਼ਿਸ਼ਾਂ ਹੁੰਦੀਆਂ ਵੀ ਨੇ, ਅਤੇ ਮਨੁੱਖੀ ਦਾ ਜਿਹੜਾ ਹਨਨ ਹੈ ਉਹ ਬਹੁਤ ਵੱਡੇ ਪੱਧਰ 'ਤੇ ਹੁੰਦਾ ਹੈ। ਜਿਵੇਂ ਕਿ ਸਿੱਖ ਮੂਵਮੈਂਟ ਲੈ ਲਓ, ਖਾਲਿਸਤਾਨ ਮੂਵਮੈਂਟ ਲੈ ਲਓ, ਜਾਂ 1984 ਦਾ ਜਿਹੜਾ ਸਾਕਾ ਹੋਇਆ ਸੀ, ਸ਼੍ਰੀ ਹਰਿਮੰਦਰ ਸਾਹਿਬ 'ਤੇ ਵੀ ਅਟੈਕ ਹੋਇਆ ਸੀਗਾ, ਅਤੇ ਨਾਲ ਉਹ ਤੋਂ ਬਾਅਦ ਦਿੱਲੀ ਦਾ ਹੋਇਆ ਸੀਗਾ, ਜਿਹਦੇ ਵਿੱਚ ਮੁਸਲਮਾਨਾਂ ਨੂੰ ਦੋਸ਼ੀ ਠਹਿਰਾ ਦੇਣਾ, ਤਾਂ ਜਾਂ ਫਿਰ ਘੱਟ ਗਿਣਤੀਆਂ ਨੂੰ ਕਿਤੇ ਨਾ ਕਿਤੇ ਮੋਹਰਾ ਬਣਾਇਆ ਜਾ ਰਿਹਾ ਹਿੰਦੁਸਤਾਨ 'ਚ। ਇਸ ਚੀਜ਼ ਨੂੰ ਕਿਵੇਂ ਤੁਸੀਂ ਜਿਹੜੀਆਂ ਕੁਚਲਣ ਵਾਸਤੇ ਸਰਕਾਰਾਂ ਕਰਦੀਆਂ ਨੇ ਮੂਵਮੈਂਟਾਂ ਨੂੰ, ਉਹਦੇ ਵਿੱਚ ਨੂੰ ਕਿਵੇਂ ਹਿਊਮਨ ਰਾਈਟਸ ਸੇਫ ਰਹਿ ਸਕਦਾ? ਉਹ ਸਿਰਫ ਅਵੇਅਰਨੈਸ ਦੇ ਨਾਲ ਸੇਫ ਰਹਿ ਸਕਦਾ ਹੈ, ਕਿਉਂਕਿ ਇਹ ਪੂਰਾ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ। ਸਟੀਅਰ ਵਾਈਜ਼ ਇਹਨਾਂ ਨੂੰ ਉੱਪਰ ਨੀਚੇ ਤੱਕ ਪੂਰਾ ਲੈ ਕੇ ਜਾਂਦੇ ਹੈ। ਉਹ ਕਰਦੇ ਕੀ ਹੈ ਕਿ ਇੱਕ ਜਿਹੜਾ ਇਹਨਾਂ ਦਾ ਸਿਸਟਮ ਹੈ, ਉਹਦੇ ਵਿੱਚ ਉੱਪਰ ਤੋਂ ਥੱਲੇ ਤੱਕ ਬੰਦੇ ਹੁੰਦੇ ਹੈ। ਜਿੱਦਾਂ ਕਿ ਕੁਝ ਧਾਰਮਿਕ ਲੋਕ ਹੁੰਦੇ, ਕੁਝ ਗੁੰਡੇ ਹੁੰਦੇ,
ਕੁਛ ਸਰਕਾਰੀ ਅਫਸਰਾਨ ਵੀ ਹੁੰਦੇ ਹੈ ਅਤੇ ਕੁਛ ਲੋਕੀ ਜਿਹੜੇ ਹੁੰਦੇ ਆ ਉਹ ਮਤਲਬ ਸੋਸ਼ਲ ਵਰਕ ਟਾਈਪ ਦੇ ਹੁੰਦੇ, ਜਿਹੜੇ ਇਹਨਾਂ ਨੇ ਖੁਦ ਬਣਾਏ ਹੁੰਦੇ ਆ। ਉਹਨਾਂ ਦਾ ਕੰਮ ਸੋਸ਼ਲ ਵਰਕ ਦਾ ਨਹੀਂ ਹੁੰਦਾ, ਬਟ ਉਹ ਸਿਰਫ ਇਸ ਲਈ ਹੁੰਦੇ ਆ ਅਤੇ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਰੂਮਰਸ ਨੇ ਉਹਨਾਂ ਨੂੰ ਕਿੰਨੀ ਛੇਤੀ ਸਪਰੈਡ ਕਰ ਸਕਦੇ ਨੇ। ਜਦੋਂ ਰੂਮਰ ਸਪਰੈਡ ਹੁੰਦੇ ਹੈ ਅਤੇ ਆਪਣੇ ਲੋਕ ਕੀ ਕਰਦੇ ਆ, ਜਦੋਂ ਰੂਮਰ ਆਇਆ ਕਿ ਬਈ ਮੰਨ ਲਓ ਇੱਕ ਕੁੜੀ ਦੀ ਹੱਤਿਆ ਹੋਈ ਕਿਤੇ, ਠੀਕ ਹੈ, ਅਤੇ ਹੱਤਿਆ ਹੋਣਾ ਇਹ ਕ੍ਰਾਈਮ ਹੈ। ਉਹ ਕੁੜੀ ਦੀ ਹੱਤਿਆ ਹੋਈ, ਇਹ ਕਦੀ ਨਿਊਜ਼ ਨਹੀਂ ਆਉਂਦੀ। ਇਹ ਤੁਹਾਡੀ ਆਪਣੀ ਪੱਤਰਕਾਰਿਤਾ ਜਗਤ 'ਤੇ ਵੀ ਸਵਾਲ ਹੈ, ਕਿਉਂਕਿ ਸਵਾਲ ਇਹ ਖੜ੍ਹਾ ਕਰ ਦਿੰਦੇ ਹੈ, ਇੱਕ ਹਿੰਦੂ ਕੁੜੀ ਦੀ ਹੱਤਿਆ ਕਰ ਦਿੱਤੀ ਗਈ ਜਾਂ ਇੱਕ ਸਿੱਖ ਕੁੜੀ ਦੀ ਹੱਤਿਆ ਹੋਈ ਜਾਂ ਇੱਕ ਮੁਸਲਿਮ ਕੁੜੀ ਦੀ ਹੱਤਿਆ ਹੋਈ, ਈਸਾਈ ਕੁੜੀ ਦੀ, ਉਹਨੂੰ ਤੁਸੀਂ ਇੱਕ ਧਰਮ ਦੇ ਨਾਲ ਕਿਉਂ ਜੋੜ ਰਹੇ ਹੋ? ਅਤੇ ਆਪਣੇ ਇੰਡੀਆ ਦੇ ਵਿੱਚ ਇੰਨੀ ਐਜੂਕੇਸ਼ਨ ਨਹੀਂ ਹੈ ਕਿ ਸਾਰੇ ਲੋਕ ਇਹ ਸਮਝ ਸਕਣ ਕਿ ਬਈ ਹੱਤਿਆ ਜ਼ਿਆਦਾ ਇੰਪੋਰਟੈਂਟ ਹੈ, ਉਹਦਾ ਧਰਮ ਇੰਪੋਰਟੈਂਟ ਨਹੀਂ ਹੈ। ਜਿਹਨੇ ਹੱਤਿਆ ਕੀਤੀ ਹੈ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਏ, ਕਾਨੂੰਨ ਹੈ, ਜੁਡੀਸ਼ਰੀ ਹੈ, ਪੁਲਿਸ ਸਿਸਟਮ ਹੈ, ਸਾਰਾ ਉਹਦੇ ਲਈ ਚੱਲੂਗਾ ਅਤੇ ਉਹਨੂੰ ਇਨਸਾਫ ਮਿਲੇਗਾ। ਪਰ ਲੋਕ ਕਹਿੰਦੇ ਨਹੀਂ ਜੀ ਅਸੀਂ ਇਨਸਾਫ ਲਵਾਂਗੇ, ਉਹਨਾਂ ਨੂੰ ਕਿਹਨੇ ਰਾਈਟ ਦਿੱਤਾ? ਇਹਦਾ ਮਤਲਬ ਇਹ ਇੱਕ ਕੁੜੀ ਦੀ ਹੱਤਿਆ ਦੇ ਪਿੱਛੇ ਲੋਕ ਇਕੱਠੇ ਹੋ ਕੇ ਇੱਕ ਮੌਬ ਲਿੰਚਿੰਗ ਕਰ ਦੇਣ ਅਤੇ ਇੱਕ ਹੋਰ ਹੱਤਿਆ ਕਰ ਦੇਣ ਕਿ ਉਹ ਇਨਸਾਫ ਹੈ? ਉਹ ਮਾਨਵਾਧਿਕਾਰ ਦਾ ਹਨਨ ਨਹੀਂ ਹੈ। ਅਤੇ ਉਹ ਮਾਨਵਾਧਿਕਾਰ ਦਾ ਹਰਨ ਸਿਰਫ ਇਸ ਕਰਕੇ ਹੈ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਹੈ ਹੀ ਨਹੀਂ। ਉਹ ਕਹਿੰਦੇ ਜੀ ਪੁਲਿਸ ਕੁਛ ਨਹੀਂ ਕਰਦੀ, ਪੁਲਿਸ ਨੂੰ ਮੌਕਾ ਤਾਂ ਦਿਓ। ਕਾਨੂੰਨ ਕੁਛ ਨਹੀਂ ਕਰਦਾ, ਕਾਨੂੰਨ ਨੂੰ ਮੌਕਾ ਤਾਂ ਦਿਓ। ਅੱਜ ਕੱਲ੍ਹ ਪਿਛਲੇ 6-7 ਸਾਲਾਂ ਤੋਂ ਜਿਹੜਾ ਦੇਖ ਰਹੇ ਹਾਂ, ਲੋਕ ਜਿਹੜੇ ਹੈ ਉਹ ਜਜਮੈਂਟਲ ਹੋ ਜਾਂਦੇ ਮਿੰਟ ਦੇ ਵਿੱਚ, ਨਾ ਤਾਂ ਪੂਰੇ ਫੈਕਟ ਸਮਝਦੇ ਨਾ ਸਿਨੈਰੀਓ ਸਮਝਦੇ। ਉਹ ਕਹਿੰਦੇ ਯਾਰ ਇਹ ਕੰਮ ਹੋ ਗਿਆ ਅਤੇ ਅਸੀਂ ਇਹਦਾ ਬਦਲਾ ਲਵਾਂਗੇ। ਤੁਸੀਂ ਕੌਣ ਹੁੰਦੇ ਹੋ ਬਦਲਾ ਲੈਣ ਵਾਲੇ? ਦਵਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਾ ਮੀਡੀਆ 'ਤੇ ਵੀ ਲੋਕਾਂ 'ਤੇ ਵੀ ਉਂਗਲ ਉੱਠੀ ਹੈ, ਪਰੰਤੂ ਇਹ ਪਰਿਸਥਿਤੀਆਂ ਸਰਕਾਰ ਦੀ ਜ਼ਿੰਮੇਵਾਰੀ ਵੀ ਹੁੰਦੀਆਂ ਨੇ ਕਿ ਇਹਨਾਂ ਨੂੰ ਬਚਾ ਕੇ ਰੱਖਣਾ। ਅਤੇ ਤੁਸੀਂ ਕੀ ਫੀਲ ਕਰਦੇ ਹੋ ਜਿਹੜਾ ਇਸ ਸਮੇਂ ਦਾ ਜੋ ਮਾਹੌਲ ਚੱਲ ਰਿਹਾ? ਇਸ ਸਮੇਂ ਦੇ ਮਾਹੌਲ 'ਤੇ ਮੈਂ ਇੰਨਾ ਹੀ ਕਹੂੰਗਾ ਕਿ ਸਰਕਾਰਾਂ ਸਾਰੀਆਂ ਫੇਲ ਨੇ। ਤੁਸੀਂ ਆਪਣੇ ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਲੈ ਲਓ, ਤੁਸੀਂ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਲੈ ਲਓ, ਤੁਸੀਂ ਜਿਹੜੀ ਤੀਜਾ ਜਿਹੜਾ ਆਧਾਰ ਹੈ ਉਹਨੂੰ ਤੁਸੀਂ ਲੈ ਸਕਦੇ ਹੋ, ਪਰ ਕੋਈ ਵੀ ਸਰਕਾਰ ਕਾਮਯਾਬ ਨਹੀਂ ਹੋ ਪਾਈ। ਕਾਰਨ ਸਿੱਧਾ ਜਿਹਾ ਹੈ, ਕਿਉਂਕਿ ਸਰਕਾਰਾਂ ਨੇ ਜਿਹੜਾ ਡਿਸਟਰੀਬਿਊਸ਼ਨ ਹੈ ਉਹ ਸਿਸਟਮ ਹੀ ਵਿਗਾੜਤਾ। ਹੁਣ ਕੇਂਦਰ ਸਰਕਾਰ ਦਾ ਦੱਸਦਾ, ਸਭ ਤੋਂ ਜ਼ਿਆਦਾ ਇਸ ਟਾਈਮ ਜਿਹੜੀ ਆਪਾਂ ਰਾਜਾਂ ਦੇ ਵਿੱਚ ਕਹੀਏ ਤਾਂ ਕੇਂਦਰ ਸਰਕਾਰ ਦੀ ਸਰਕਾਰ ਹੈ, ਭਾਜਪਾ ਸਰਕਾਰ ਹੈਗੀ ਹੈ। ਅਤੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਹਰ ਸਰਕਾਰ ਜਿੱਥੇ ਜਿੱਥੇ ਜਿਹੜੀ ਸਰਕਾਰ ਹੈ, ਜਿਸ ਪਾਰਟੀ ਦੀ ਸਰਕਾਰ ਹੈ, ਉਹ ਆਪਣੀ ਨੀਤੀਆਂ ਨੂੰ ਥੱਲੇ ਤੱਕ ਲੈ ਕੇ ਜਾਂਦੀ ਹੈ। ਕਿਸ ਦੇ ਥਰੂ? ਆਪਣੇ ਪਾਰਟੀ ਵਰਕਰਸ ਦੇ ਥਰੂ। ਹੁੰਦਾ ਕੀ ਹੈ, ਪਾਰਟੀ ਵਰਕਰ ਉੱਪਰ ਤੋਂ ਆਈ 1 ਰੁਪਈਏ ਨੂੰ ਥੱਲੇ ਤੱਕ 5 ਪੈਸੇ ਨਹੀਂ ਪਹੁੰਚਣ ਦਿੰਦੇ, ਪਰ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਆਪਣੀ ਪਾਰਟੀ ਦੇ ਬੰਦੇ ਨੇ। ਇਹੀ ਚੀਜ਼ ਭਾਰਤੀ ਜਨਤਾ ਪਾਰਟੀ ਨੂੰ ਚੇਂਜ ਕਰਨੀ ਹੈ, ਇਹੀ ਚੀਜ਼ ਕਾਂਗਰਸ ਨੂੰ ਚੇਂਜ ਕਰਨੀ ਹੈ, ਇਹੀ ਲੈਫਟ ਨੂੰ ਚੇਂਜ ਕਰਨੀ ਹੈ, ਇਹੀ ਤ੍ਰਿਣਮੂਲ ਕਾਂਗਰਸ ਨੂੰ ਚੇਂਜ ਕਰਨੀ ਹੈ, ਇਹੀ ਸਪਾ ਨੂੰ ਕਰਨੀ ਹੈ, ਇਹੀ ਬਸਪਾ ਨੂੰ ਕਰਨੀ ਹੈ। ਜਿਹੜੀ ਚੀਜ਼ ਜਿੱਥੋਂ ਆਈ ਹੈ ਉਹ ਡਾਇਰੈਕਟ ਉਸ ਬੰਦੇ ਤੱਕ ਕਿਉਂ ਨਹੀਂ ਪਹੁੰਚਦੀ? ਕੀ ਲੋੜ ਪੈਂਦੀ ਹੈ ਕਿ ਭਈ ਮੈਨੂੰ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਪੈਂਦਾ ਭਾਈ ਤੁਸੀਂ ਇਹਨੂੰ ਡਿਸਟਰੀਬਿਊਟ ਕਰੋ ਅਤੇ ਲੋਕਾਂ ਦੇ ਵਿੱਚ ਨਾਮ ਬਣਾਓ ਕਿ ਭਾਰਤੀ ਜਨਤਾ ਪਾਰਟੀ ਨੇ ਜਾਂ ਕਾਂਗਰਸ ਨੇ ਇਹ ਕੰਮ ਕੀਤਾ। ਇੱਕ ਗੱਲ ਮੈਨੂੰ ਤੁਸੀਂ ਦੱਸੋ, ਜਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਜੀ ਜਿਹੜੇ ਬਾਹਰ ਜਾਂਦੇ ਨੇ ਅਤੇ ਉੱਥੇ ਇਹੀ ਕਿਹਾ ਜਾਂਦਾ ਹੈ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਮਾਨਨੀय ਸ਼੍ਰੀ ਨਰਿੰਦਰ ਮੋਦੀ ਜੀ ਆ ਰਹੇ ਨੇ, ਕਿਤੇ ਕਿਹਾ ਜਾਂਦਾ ਹੈ ਕਿ BJP ਦੇ ਪ੍ਰਧਾਨ ਮੰਤਰੀ ਆ ਰਹੇ ਨੇ। ਲੋਕਾਂ ਨੂੰ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਈ ਜਿਹੜਾ ਮੰਤਰੀ, ਜਿਹੜਾ ਆਪਣਾ ਵਿਧਾਇਕ, ਜਿਹੜਾ ਆਪਣਾ ਅਹੁਦੇਦਾਰ ਬੰਦਾ ਹੈ, ਉਹ ਜਦੋਂ ਕੁਰਸੀ 'ਤੇ ਬੈਠਦਾ ਹੈ ਉਹ ਆਪਣੀ ਪਾਰਟੀ ਦਾ ਨਾ ਕਰਕੇ ਸਿਰਫ ਔਰ ਸਿਰਫ ਆਪਣੇ ਦੇਸ਼ ਦਾ ਕਰੇ, ਆਪਣੇ ਰਾਜ ਦਾ ਕਰੇ। ਹੁਣ ਜਿਵੇਂ ਹੁਕਮਰਾਨ ਪਾਰਟੀ ਹੈ, ਉਹਨਾਂ ਵੱਲੋਂ ਲੋਕਾਂ ਦੀ ਆਵਾਜ਼ ਨੂੰ ਵੀ ਦੱਬਣ ਦੀਆਂ ਸਾਜ਼ਿਸ਼ਾਂ, ਚਾਹੇ ਟਰੰਪ ਹੈ, ਚਾਹੇ ਮੋਦੀ ਸਾਹਿਬ ਨੇ, ਚਾਹੇ ਚੀਨ ਦੇ,
ਰਾਸ਼ਟਰਪਤੀ ਨੇ। ਇਹ ਤੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ? ਇਹਦੇ 'ਤੇ ਮੈਂ ਇੱਕੋ ਚੀਜ਼ ਕਹੂੰਗਾ, ਦੇਖੋ ਦੇਸ਼ ਭਗਤੀ ਜਿਹੜੀ ਹੈ ਨਾ, ਉਹਦਾ ਇੱਕ ਸਿਨੈਰੀਓ ਅਲੱਗ ਹੈ। ਤੁਸੀਂ ਉਹਨੂੰ ਸਮਝੋ, ਦੇਸ਼ ਭਗਤੀ ਕੀ ਹੁੰਦੀ ਹੈ ਅਤੇ ਮੂਰਖਤਾ ਕੀ ਹੁੰਦੀ ਹੈ। ਸਾਡੇ ਫੌਜੀ ਸਰਹੱਦ 'ਤੇ ਖੜ੍ਹੇ ਨੇ, ਸਾਡੇ ਲਈ ਦਿਨ ਰਾਤ ਉਹ ਮੌਤ ਦੇ ਸਾਹਮਣੇ ਖੜ੍ਹੇ ਹੁੰਦੇ ਆ। ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਮਾਣ ਸਨਮਾਨ ਕਰਦੇ ਹਾਂ। ਮੇਰੇ ਫਾਦਰ ਸਾਹਿਬ ਆਰਮੀ ਤੋਂ ਰਿਟਾਇਰਡ ਨੇ ਅਤੇ ਮੈਂ ਬਹੁਤ ਮਤਲਬ ਹਿੰਦੁਸਤਾਨ ਦੀ ਸਾਰੀ ਸਟੇਟ ਮੈਂ ਘੁੰਮਿਆ ਉਹਨਾਂ ਦੇ ਨਾਲ, ਕਿਉਂਕਿ ਹਰ ਕਹਿੰਦੇ ਫੌਜੀ ਦਾ ਤਾਂ ਟੋਕਰੀ 'ਤੇ ਘਰ ਹੁੰਦਾ। ਅਤੇ ਮੈਂ ਇੱਕ ਚੀਜ਼ ਜਿਹੜੀ ਕਾਮਨ ਦੇਖੀ ਨਾ, ਫੌਜ ਦੇ ਲਈ ਇੱਜ਼ਤ, ਅਤੇ ਉਹ ਇੱਜ਼ਤ ਜਿਹੜੀ ਹੈ ਨਾ, ਉਹ ਸਿਰਫ ਇੱਕੋ ਚੀਜ਼ ਦੇ ਲਈ ਹੈ ਕਿ ਉੱਥੇ ਕੋਈ ਭੇਦਭਾਵ ਨਹੀਂ ਹੁੰਦਾ। ਪਰ ਇੱਜ਼ਤ ਫੌਜ ਦੀ ਵੀ ਤੇ ਆਰਮੀ ਜਾਂ ਪੁਲਿਸ ਦੀ ਕਹੋ, ਉਦੋਂ ਦਾਅ ਲੱਗ ਜਾਂਦੀ ਹੈ ਜਦੋਂ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣ ਵਾਸਤੇ ਉਹਦੀ ਜਿਹੜੀ ਭੂਮਿਕਾ ਉਹ ਦਰਿੰਦਗੀ ਵਾਲੀ ਬਣ ਜਾਂਦੀ ਹੈ। ਬਿਲਕੁਲ ਜੀ, ਇਸ ਗੱਲ ਤੋਂ ਮੈਂ ਸਹਿਮਤ ਹਾਂ ਕਿ ਕੁਝ ਇੱਕ ਇੱਦਾਂ ਦੇ ਨਿਊਸੈਂਸ ਮੈਂ ਉਹਨਾਂ ਨਾਲ ਕਹਾਂਗਾ, ਕਿਉਂਕਿ ਉਹ ਵਰਦੀਧਾਰੀ ਹੋ ਨਹੀਂ ਸਕਦੇ, ਉਹ ਲੋਕਾਂ 'ਤੇ ਅਤਿਆਚਾਰ ਕਰਦੇ ਨੇ। ਪਰੰਤੂ ਉਹਨਾਂ ਪਿੱਛੇ ਇੱਕੋ ਗੱਲ ਕਹੀ ਜਾਂਦੀ ਕਿ ਉੱਪਰੋਂ ਆਰਡਰ ਹੈ। ਉਹੀ ਮੈਂ ਦੱਸ ਰਿਹਾ ਵਾਂ ਕਿ ਉਹ ਕੁਝ ਜਿਹੜੇ ਐਲੀਮੈਂਟ ਨੇ, ਉਹ ਆਪਾਂ ਜਾਂ ਤਾਂ ਉਹਨਾਂ ਨੂੰ ਕਹੀਏ ਉਹ ਸਿਫਾਰਸੀ ਹੁੰਦੇ ਨੇ, ਜਾਂ ਆਪਾਂ ਉਹਨਾਂ ਨੂੰ ਕਹੀਏ ਕਿ ਉਹ ਇੰਨੇ ਕਰਪਟ ਹੁੰਦੇ ਆ ਕਿ ਉਹਨਾਂ ਨੂੰ ਸਿਰਫ ਇੱਕ ਪੈਸਾ ਜ਼ਰੂਰੀ ਹੈ। ਅਤੇ ਜਿੱਥੇ ਤੱਕ ਮੇਰਾ ਵਾਹ ਪਿਆ ਹੈ, ਤੁਸੀਂ ਮੰਨ ਲਓ ਪੁਲਿਸ ਦੇ ਨਾਲ 90% ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਸਪੋਰਟ ਕਰਦੀ ਹੈ। ਪਰ ਤੁਸੀਂ ਇੱਕ ਹੁਣ ਆਪਾਂ ਇੱਥੇ ਬੈਠੇ ਹਾਂ, ਵਧੀਆ ਆਪਣਾ AC ਕਮਰਾ ਹੈ, ਅਤੇ ਜਦੋਂ ਆਪਾਂ ਪੁਲਿਸ ਦੀ ਗੱਲ ਕਰੀਏ, ਪੂਰਾ ਦਿਨ ਇੱਕ ਮੁਲਾਜ਼ਮ ਧੁੱਪ ਦੇ ਵਿੱਚ ਖੜ੍ਹਿਆ ਹੁੰਦਾ ਹੈ। ਅਸੀਂ ਉਹਨੂੰ ਇਹ ਕਹਿ ਕੇ ਨਿਕਲ ਜਾਂਦੇ ਹਾਂ, ਯਾਰ ਇਹ ਤਾਂ ਪੁਲਿਸ ਵਾਲਾ ਹੈ, ਸਾਈਡ ਤੋਂ ਨਿਕਲ ਲਓ। ਕਦੀ ਕਿਸੇ ਨੇ ਜਾ ਕੇ ਪੁੱਛਿਆ ਭਾਈ ਪਾਣੀ ਪੀ ਲੈ? ਉਹਦੇ ਮਨੁੱਖੀ ਅਧਿਕਾਰ ਨਹੀਂ ਹੈ। ਜਦ ਤੁਸੀਂ ਉਹਦਾ ਖਿਆਲ, ਤਾਂ ਗੱਲ ਇਹ ਹੈ ਕਿ ਦੇਖੋ ਉਹ ਆਪਣੀ ਡਿਊਟੀ ਨਿਭਾ ਰਿਹਾ, ਦੂਜੇ ਪਾਸੇ ਉਹਦੇ ਇੱਕ ਵਿਸ਼ਵਾਸ ਲੈ ਕੇ ਜਦੋਂ ਬੰਦਾ ਆਪਣੇ ਪੀੜ ਦੀ ਕਹਾਣੀ ਲੈ ਕੇ ਜਾਂਦਾ, ਦਰਦਮਈ ਕਹਾਣੀ ਲੈ ਕੇ ਜਾਂਦਾ ਹੈ, ਅਤੇ ਪੁਲਿਸ ਉਸ ਨੂੰ ਦੱਬਦੀ ਹੈ, ਅਤੇ ਉਸ ਹਾਲ 'ਚ ਤੁਸੀਂ ਕੀ ਕਹਿਣਾ ਚਾਹੁੰਦੇ? ਉਸ ਹਾਲ ਦੇ ਵਿੱਚ ਇਹ ਅਕਸਰ ਹੁੰਦਾ ਹੈ, ਇਹ ਹੁੰਦਾ ਹੈ, ਡੈਫੀਨੇਟਲੀ ਇਹ ਚੀਜ਼ ਹੁੰਦੀ ਹੈ। 75-80% ਇਹੀ ਹੁੰਦਾ ਹੈ ਲੋਕ। ਦੇਖੋ ਜੀ, ਇਹ ਹੁੰਦਾ ਹੈ ਕਿਉਂਕਿ ਅਵੇਅਰਨੈਸ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਦੱਸ ਦੇਵਾਂ। 2 ਬੰਦਿਆਂ ਦੀ ਲੜਾਈ ਸੀਗੀ, ਅਤੇ ਲੜਾਈ ਵੀ ਕਾਹਦੀ ਹੈ, ਕੁਛ ਨਹੀਂ ਹੈ, ਥੋੜ੍ਹਾ ਜਿਹਾ ਆਪਣਾ ਜ਼ਮੀਨ ਦਾ ਵੰਡ ਵੰਡੇਰਾ ਹੈ, ਠੀਕ ਹੈ। ਨਾ ਮਾਰਕੁੱਟ ਹੋਈ, ਨਾ ਉਹਨਾਂ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ, ਤਾਂ ਕੇਸ ਨਹੀਂ ਬਣਦਾ ਕੋਈ। ਲੇਕਿਨ ਬਾਰ-ਬਾਰ ਪੁਲਿਸ ਨੂੰ ਬੁਲਾਉਂਦੇ ਜਾ ਰਹੇ ਹੋ। ਪੁਲਿਸ ਕੀ ਕਰਦੀ ਹੈ, ਕਿਉਂਕਿ ਪੁਲਿਸ ਦੋਨੋਂ ਪੱਖਾਂ ਨੂੰ ਦੇਖ ਕੇ ਡਿਸਾਈਡ ਕਰਦੀ ਹੈ ਕਿ ਭਈ ਇੱਥੇ ਕੀ ਹੋ ਸਕਦਾ ਹੈ। ਪਰ ਇੱਥੇ ਤਾਂ ਇੱਕ ਘਟਨਾਵਾਂ ਇਹੋ ਜਿਹੀਆਂ ਨੇ ਜੋ ਪੂਰੇ ਸਿਸਟਮ ਨੂੰ ਸ਼ਰਮਿੰਦਾ ਕਰਦੀਆਂ। ਜਿਵੇਂ ਇੱਕ ਲੇਡੀ ਜਿਹੜੀ ਕਿ ਰੇਪਿਸਟ ਲੋਕਾਂ ਦੀ ਸ਼ਿਕਾਰ ਸੀਗੀ, ਅਤੇ ਉਹ ਵਿਚਾਰੀ ਇਨਸਾਫ ਲਈ ਦੂਸਰੀ ਵਾਰ ਉਹ ਜਦੋਂ ਬੰਦੇ ਬੇਲ ਤੋਂ ਆਏ ਅਤੇ ਉਹ ਪੁਲਿਸ ਕੋਲ ਬਚਾਉਣ ਲਈ ਜਾ ਰਹੀ ਸੀ, ਅਤੇ ਪੁਲਿਸ ਦੇ ਸਾਹਮਣੇ ਉਹ 'ਤੇ ਤੇਜ਼ਾਬ ਸਿੱਟ ਦਿੱਤਾ ਗਿਆ, ਅਤੇ ਪੁਲਿਸ ਨੇ ਉਲਟਾ ਉਹਦੇ ਦੇ ਘਰਦਿਆਂ 'ਤੇ ਹੀ ਉਹ 'ਤੇ ਜਿਹੜਾ ਮਾਮਲਾ ਦਰਜ ਕਰ ਲਿਆ। ਅਤੇ ਇਹ ਜਿਹੀਆਂ ਘਟਨਾਵਾਂ ਤਾਂ ਹਿੰਦੁਸਤਾਨ ਦੀਆਂ ਆਮ ਗੱਲਾਂ ਨੇ। ਨਹੀਂ, ਮੈਂ ਤੁਹਾਨੂੰ ਉਂਗਲ ਉੱਠਦੀ ਹੈ ਕਿ ਨਹੀਂ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ 5% ਪੁਲਿਸ ਵਾਲਿਆਂ ਦੇ ਕਰਕੇ ਜਾਂ 5% ਇਹੋ ਜਿਹੇ ਨਿਊਸੈਂਸ ਕਰਕੇ ਸਾਰਾ ਡਿਪਾਰਟਮੈਂਟ ਬਰਬਾਦ ਹੋ ਰਿਹਾ ਹੈ, ਠੀਕ ਹੈ। ਕਸ਼ਮੀਰ 'ਚ ਵੀ ਆਰਮੀ ਦਾ ਜਿਹੜਾ ਦਮਨਕਾਰੀ ਨੀਤੀ ਰਹੀ ਆ, ਆਮ ਲੋਕਾਂ ਦੀ ਆਵਾਜ਼ ਜਿਹੜੀ ਸੀਗੀ ਉਹਨੂੰ ਵੀ ਕੋਈ ਰੰਗਤ ਦੂਜੀ ਦਿੱਤੀ ਗਈ? ਸਰ, ਮੈਂ ਆਪਣੇ ਹੋਸ਼ ਤੋਂ ਲੈ ਕੇ ਜਵਾਨੀ ਤੱਕ ਲਗਭਗ 19-20 ਸਾਲ ਡਿਫੈਂਸ ਨੂੰ ਜਾਣਿਆ, ਕਿਉਂਕਿ ਮੇਰਾ ਪੂਰਾ ਬਚਪਨ ਉਹਦੇ ਵਿੱਚ ਨਿਕਲਿਆ, ਅਤੇ ਮੈਂ ਭਾਰਤੀ ਫੌਜ ਦੇ ਬਾਰੇ ਇੰਨਾ ਕਹਿ ਸਕਦਾ ਫੁੱਲ ਕੌਨਫੀਡੈਂਟ ਦੇ ਨਾਲ ਕਿ ਆਰਮੀ ਕਦੀ ਦਮਨ ਨਹੀਂ ਕਰਦੀ। ਇਹ ਉਹੀ ਆਰਮੀ ਹੈ। ਨਹੀਂ, ਫਿਰ ਲੋਕਾਂ ਦੀ ਆਵਾਜ਼ ਦੇ ਦਮਨ ਦਾ ਉਹਨਾਂ 'ਤੇ ਦੋਸ਼ ਕਿਉਂ ਲੱਗਦਾ? ਕਿਤੇ ਨਾ ਕਿਤੇ ਜੇ ਧੂੰਆਂ, ਜੇ ਅੱਗ ਲੱਗੀ ਹੈ ਤਾਂ ਧੂੰਆਂ ਤਾਂ ਉੱਠੇ ਹੀ ਹੋਣਾ ਨਾ। ਤੁਸੀਂ ਸਹੀ ਕਹਿ ਰਹੇ ਹੋ, ਜੇ ਅੱਗ ਲੱਗੀ ਹੈ ਤਾਂ ਧੂੰਆਂ ਜ਼ਰੂਰ ਉੱਠਿਆ ਹੈ, ਪਰ ਅੱਗ ਲੱਗੀ ਕਿੱਥੇ ਹੈ ਅਤੇ ਕਿਹਨੇ ਲਾਈ ਹੈ ਇਹ ਮਾਇਨੇ ਰੱਖਦਾ ਹੈ। ਕਿਉਂਕਿ ਜਦ ਆਪਾਂ ਆਮ ਲੋਕਾਂ ਦਾ ਪਰ ਲਾਈ ਕਿਸ ਨੇ ਹੈ, ਕਰ ਕੌਣ ਰਿਹਾ ਹੈ? ਕਿ ਆਪਾਂ ਜੇ ਕਹੀਏ ਕਿ ਹਾਕਮਾਂ ਨੇ ਅੱਗ ਲਾਈ ਹੈ, ਸਿਆਸਤਦਾਨਾਂ ਨੇ ਅੱਗ ਲਾਈ ਹੈ, ਅਤੇ ਇੰਪਲੀਮੈਂਟ ਤਾਂ ਪੁਲਿਸ ਅਤੇ ਆਰਮੀ ਕਰ ਰਹੀ ਹੈ ਨਾ, ਜਿਹੜਾ ਕਿ ਸਭ ਤੋਂ ਵੱਡਾ ਇੱਕ ਸਿਨੈਰੀਓ ਅਣਮਨੁੱਖੀ ਅਧਿਕਾਰਾਂ ਦਾ ਜੋ ਹੋਣਾ ਹੈ ਉਹਦਾ ਇਹ ਪ੍ਰਤੀਕ ਨੇ। ਦੇਖੋ,
ਆਰਮੀ ਜਿਹੜੀ ਹੈ ਆਰਮੀ ਤੇ ਪੁਲਿਸ ਤੇ ਸਾਰੇ ਸਿਸਟਮ ਦੀ ਗੱਲ ਕਰ ਰਹੇ ਹਾਂ। ਬਿਲਕੁਲ ਬਿਲਕੁਲ, ਜੇ ਆਪਾਂ ਆਰਮੀ ਦੀ ਗੱਲ ਕਰੀਏ, ਆਰਮੀ ਨੂੰ ਆਪਾਂ side ਅਮਰੀਕਾ ਕਰਦੇ ਹਾਂ। ਅਮਰੀਕਾ 'ਚ ਵੀ ਉਹੀ ਸੀਨ ਆ ਗਿਆ ਸਾਹਮਣੇ। ਜਿੱਥੇ ਪੁਲਿਸ ਦੀ ਗੱਲ ਹੈ, ਪੁਲਿਸ ਦੇ ਵਿੱਚ ਪੋਲੀਟੀਕਲ ਇਨਵੋਲਵਮੈਂਟ ਹੁੰਦੀ ਹੈ, ਇਹਦੀ ਕੋਈ ਦੋ ਰਾਏ ਹੈ ਨਹੀਂ। ਇਹੀ ਪੋਲੀਟੀਕਲ ਜਿਹੜੀ ਇਨਵੋਲਵਮੈਂਟ ਹੈ, ਇਹੀ ਕਾਰਨ ਬਣਦੀ ਹੈ ਕਿ ਪੁਲਿਸ ਦੀ ਦਮਨਕਾਰੀ ਨੀਤੀਆਂ ਆਉਂਦੀਆਂ ਤੇ ਉਹਨਾਂ ਦੇ ਕੋਲ ਹੁੰਦਾ ਕੁਝ ਨਹੀਂ ਹੈ, ਵਿਚਾਰਿਆਂ ਕੋਲ ਸਿਰਫ ਆਰਡਰ ਹੁੰਦੇ ਨੇ। ਤੇ ਇੱਕ ਚੀਜ਼ ਤੁਸੀਂ ਮੰਨੋਗੇ ਕਿ ਇਹਨਾਂ ਆਰਡਰਾਂ ਦੇ ਚੱਕਰਾਂ ਦੇ ਵਿੱਚ ਇਹ ਜਿਹੜੇ ਪੁਲਿਸ ਵਾਲੇ ਨੀਚੇ ਵਾਲੇ ਮੁਲਾਜ਼ਮ ਨੇ ਨਾ, ਇਹ ਹਮੇਸ਼ਾ ਮਾਰੇ ਜਾਂਦੇ ਹੈ। ਕਾਰਨ ਕੀ ਹੁੰਦਾ ਹੈ? ਕਿਉਂਕਿ ਇਹ ਐਜੂਕੇਟ ਇੰਨੇ ਨਹੀਂ ਹੁੰਦੇ। ਜਿਹੜਾ 10ਵੀਂ 12ਵੀਂ ਵਾਲਾ ਮੁੰਡਾ ਜਿਹੜਾ ਹੁੰਦਾ ਹੈ, ਉਹ ਭਰਤੀ ਹੋ ਜਾਂਦਾ ਹੈ, ਉਹਨੂੰ ਕਾਨੂੰਨ ਦੀ ਕੋਈ ਨੌਲੇਜ ਨਹੀਂ। ਜਿਹੜੇ ਥਾਣੇ ਦੇ ਵਿੱਚ ਸਿੱਖ ਲਿਆ ਉਹੀ ਉਹ ਜਾਣਦਾ ਹੈ, ਜਿਹੜੀ ਉਹਦੇ ਅਫਸਰਾਂ ਨੇ ਦੱਸਤੀ ਉਹੀ ਉਹ ਜਾਣਦਾ ਹੈ। ਉਹਨੂੰ ਇਹ ਨਹੀਂ ਪਤਾ ਕਿ ਕੋਈ ਮੰਤਰੀ ਤੁਹਾਨੂੰ ਫੋਨ ਕਰਕੇ ਕਹਿ ਦੇ ਭਾਈ ਰਸਤਾ ਰੋਕ ਦੇ, ਤੁਸੀਂ ਰੋਕ ਦਿੰਦੇ ਹੋ। ਤੁਹਾਨੂੰ ਰਿਟਨ ਆਰਡਰ ਨੇ ਉਹਦੀ ਰਿਕੁਆਇਰਮੈਂਟ ਹੁੰਦੀ ਹੈ। ਉਹਨਾਂ ਦੇ ਕੋਲ ਰਿਟਨ ਆਰਡਰ ਦਾ ਨਹੀਂ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ। ਉਹਨਾਂ ਨੂੰ ਇਹੀ ਪਤਾ ਹੁੰਦਾ ਬਈ ਮੈਨੂੰ ਰਸਤਾ ਰੋਕਣਾ, ਉੱਪਰੋਂ ਆਦੇਸ਼ ਹੈ, ਤੇ ਉਹੀ ਅਫਸਰ ਉਹਨਾਂ ਦੇ ਨਾਲ ਕਰਦੇ ਪਰ ਨੇ। ਸਿਸਟਮ ਤਾਂ ਮਨੁੱਖੀ ਅਧਿਕਾਰਾਂ ਦਾ ਹਨਨ ਵਾਲਾ ਹੋ ਗਿਆ ਨਾ। ਦੇਖੋ, ਸਵਾਲ ਤਾਂ ਉੱਥੇ ਹੀ ਖੜਾ ਹੈ। ਸਵਾਲ ਉੱਥੇ ਹੀ ਹੈ ਤੇ ਜਵਾਬ ਵੀ ਉੱਥੇ ਹੀ ਹੈ ਕਿ ਜਦੋਂ ਤੱਕ ਹਰ ਇੱਕ ਵਿਅਕਤੀ ਨੂੰ, ਭਾਵੇਂ ਉਹ ਸਰਵਿੰਗ ਹੈ, ਭਾਵੇਂ ਉਹ ਸਿਟੀਜ਼ਨ ਆਫ ਇੰਡੀਆ ਹੈ, ਲੋਕਲ ਸਿਟੀਜ਼ਨ ਹੈ, ਉਹਨੂੰ ਆਪਣੀ ਅਵੇਅਰਨੈਸ ਰੱਖਣੀ ਪੈਣੀ ਹੈ ਅਬਾਊਟ ਦੇਅਰ ਹਿਊਮਨ ਰਾਈਟਸ, ਦੇਅਰ ਸੋਸ਼ਲ ਰਾਈਟਸ। ਜੇ ਉਹਨਾਂ ਨੂੰ ਹਿਊਮਨ ਰਾਈਟਸ, ਸੋਸ਼ਲ ਰਾਈਟ, ਫੰਡਾਮੈਂਟਲ ਰਾਈਟਸ ਦੀ ਆਪਣੀ ਅਵੇਅਰਨੈਸ ਹੀ ਨਹੀਂ ਹੈ ਤਾਂ ਦਮਨ ਹੋਣਾ ਹੀ ਹੋਣਾ ਹੈ। ਧੰਨਵਾਦ ਦਵਿੰਦਰ ਜੀ ਗੱਲਬਾਤ ਕਰਨ ਲਈ। ਸ਼ੁਕਰੀਆ ਜੀ, ਸ਼ੁਕਰੀਆ। ਭਾਰਤ ਸਰਕਾਰ ਨੇ ਇੱਕ ਨਾਰਾ ਦਿੱਤਾ, ਆਤਮ ਨਿਰਭਰ ਬਣੋ। ਜੀ ਹਾਂ, ਜੇ ਤੁਸੀਂ ਆਪਣੇ ਆਪ ਨੂੰ ਇਸ ਸਮਾਜ ਵਿੱਚ ਸੁਰੱਖਿਅਤ ਰੱਖਣਾ ਹੈ ਤਾਂ ਤੁਹਾਨੂੰ ਮਨੁੱਖੀ ਅਧਿਕਾਰਾਂ ਅਤੇ ਫਰਜ਼ਾਂ ਨੂੰ ਸਮਝਣਾ ਪਵੇਗਾ, ਉਸ ਪ੍ਰਤੀ ਜਾਗਰੂਕ ਹੋਣਾ ਪਵੇਗਾ, ਅਤੇ ਨਾਲ ਨਾਲ ਜਿਹੜੀਆਂ ਸਾਜ਼ਿਸ਼ਾਂ ਹੁਕਮਰਾਨਾਂ ਜਾਂ ਹਕੂਮਤਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਉਹਨਾਂ ਪ੍ਰਤੀ ਸੁਚੇਤ ਹੋ ਕੇ ਇੱਕ ਸਕਾਰਾਤਮਕ ਸੋਚ ਲੈ ਕੇ ਤੁਹਾਨੂੰ ਮੈਦਾਨ 'ਚ ਉਤਰਨਾ ਪਵੇਗਾ। ਤਦ ਹੀ ਸਾਡਾ ਮਨੁੱਖੀ ਅਧਿਕਾਰਾਂ ਵਾਲਾ ਸਮਾਜ ਸਿਰਜਣ ਹੋ ਸਕਦਾ ਹੈ। ਇਸੇ ਸਵਾਲ ਨੂੰ ਲੈ ਕੇ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ।